ਨੌਜਵਾਨ ਲੜਕੀ ਹੋਵੇ ਜਾਂ ਲੜਕਾ ਹੋਵੇ ਉਹ ਥ੍ਰਿਲ ਸੀਕਰ ਹੁੰਦਾ ਤੇ ਉਸ ਨੂੰ ਐਕਸਪੋਜ਼ਰ ਚਾਹੀਦਾ ਹੁੰਦਾ। ਦੇਖੋ ਮੈਂ ਇੱਕ ਪਹਿਲਾਂ ਤੁਹਾਨੂੰ ਦੱਸਿਆ ਕਿ ਹਰ ਜਵਾਨ ਜਿਹੜਾ ਹੁੰਦਾ ਉਹ ਨੌਜਵਾਨ ਜਿਹੜਾ ਉਹ ਉਹਦੇ ਵਿੱਚ ਜਾਨ ਹੁੰਦੀ ਹੈ, ਤਾਕਤ ਹੁੰਦੀ ਹੈ ਔਰ ਉਹ ਜਦੋਂ ਉਹਨੂੰ ਸ਼ਊਰ ਪੈਦਾ ਹੁੰਦਾ ਹੈ ਕਿ ਮੇਰੇ ਅੰਦਰ ਇਹ ਤਾਕਤ ਹੈ ਤੇ ਉਸ ਤਾਕਤ ਨੂੰ ਦਿਖਾਣਾ ਚਾਹੁੰਦਾ, ਉਹਨੂੰ ਇਸਤੇਮਾਲ ਕਰਨਾ ਚਾਹੁੰਦਾ। ਉਹ ਹੈ ਕਿ ਤੁਸੀਂ ਕਿੱਥੇ ਉਹ ਕੰਮ ਹੁੰਦਾ ਸਰਕਾਰ ਦਾ ਜਾਂ ਬੜਿਆਂ ਦਾ ਜਾਂ ਸੁਸਾਇਟੀ ਦੇ ਕਰਤਿਆਂ ਦਰਤਿਆਂ ਦਾ ਕਿ ਉਸ ਨੌਜਵਾਨ ਦੀ ਉਸ ਤਾਕਤ ਨੂੰ ਅਸੀਂ ਕਿਸ ਪਾਸੇ ਇਸਤੇਮਾਲ ਕਰਨਾ। ਉਹ ਤਾਕਤ ਐਡਵੈਂਚਰਸ ਹੀ ਹੈ, ਉਹ ਥ੍ਰਿਲ ਸੀਕਿੰਗ ਹੈ। ਤੇ ਉਹ ਆਸਤਾ ਆਸਤਾ ਮੇਰਾ ਜਿਹੜਾ ਸੀ ਨਾ ਇਹ ਦਿਲ ਦੇ ਵਿੱਚ ਇਹ ਪੈਦਾ ਹੋ ਗਿਆ ਕਿ ਬਸ ਫੌਜੀ ਬਣਨਾ। ਤੇ ਤੁਹਾਡੇ ਭੈਣ ਭਾਈ ਕਿੰਨੇ ਸਨ ਪੜ੍ਹੇ ਸਨ? ਮੇਰੇ 7 ਭਾਈ ਔਰ 3 ਭੈਣਾਂ। ਤੇ ਤੁਸੀਂ ਤੁਹਾਡਾ ਕਿਹੜਾ ਨੰਬਰ ਸੀ? मेरा एक्चुअली 3 ਸੀ, तीसरा नंबर, लेकिन मेरे तो बड़ी भैन सी जिसकी डेथ हो गई ते जिंदा दे विच दूसरा नंबर, लेकिन उसकी डेथ मेरे तो पहला हो गई सी, मेरी पैदाइश तो पहला मैनूं नहीं पता। और मेरे तो बाद एक भाई की डेथ हुई, वो बहुत छोटे छोटे सी असीं दोनों ही, ते उहदी डेथ हुई। ਕੋਈ ਭੈਣ ਭਾਈਆਂ ਚੋਂ ਇਹ ਪਿੰਡ ਵੀ ਰਹਿੰਦਾ? हाँ जी, उत्थे ही रहते सारे। वो हुण ते वो पिंड रहा ही नहीं ना, हुण ते वो खत्म हो गया ना। वो ऑलरेडी मुहल्ला सी शहर दा, वो ते हुण वो बिल्कुल वो पिंड शिंड वाली ते कोई गल नहीं हुण उत्थे। ਤੇ ਜਿਹੜੇ ਉਹ ਪਹਾੜੇ ਛੜੇ ਲੈਣਾ ਬਣਾ ਕੇ 1 दूनी 2 2 ਉਹਦਾ ਵੀ ਕੋਈ ਯਾਦ ਹੈ? वो बिल्कुल ही वो ते पक्का वो, बल्कि वो लतीफा भी सुनिया होना वो जड़ा ना कि वो 1 दूनी 2 दूने 4, तुहानूं पता है एक प्रॉपर सुर दे नाल पढ़िया जांदा है। ते ਉਹ ਇੱਕ ਉਹ ਬੱਚਾ ਜਿਹੜਾ ਸੀ ਉਹ ਕਹਿੰਦਾ ਕਿ ਜੀ ਕਿ ਉਹ ਤਾਂ ਨਹੀਂ ਸੀ ਬੋਲ ਰਿਹਾ, ਲੇਕਿਨ ਉਹ ਰਾਗ ਉਹਨੇ ਸ਼ੁਰੂ ਕਰਤਾ ਉਸ ਰੇ। ਠੀਕ ਹੈ। ਤੇ ਉਹ ਉੱਥੇ ਪ੍ਰੋਪਰ ਇੱਕ ਸਾਰੇ ਇਕੱਠੇ ਹੋ ਕੇ ਇੱਕ ਉਹ ਕੀ ਕਹਿੰਦੇ ਨੇ ਉਹਨੂੰ ਕੋਰਸ ਵਿੱਚ ਉਹ ਪੜ੍ਹਦੇ ਸੀ ਨਾ, ਯਾਦ ਕਰਦੇ ਹੁੰਦੇ ਸੀ ਪਹਾੜੇ। ਤੇ ਅਜੇ ਵੀ ਕੋਈ ਤੁਹਾਨੂੰ ਪਹਾੜੇ ਯਾਦ ਨੇ? ਹਾਂ ਪਹਾੜੇ ਬਹੁਤ ਯਾਦ ਨੇ ਮੈਨੂੰ, ਕਿਉਂਕਿ ਮੈਥ ਜਿਹੜਾ ਸੀ ਨਾ ਉਹ ਮੇਰਾ ਬਹੁਤ ਅੱਛਾ ਸਬਜੈਕਟ ਰਿਹਾ। ਕਿ ਪ੍ਰਾਇਮਰੀ ਕਲਾਸਾਂ ਦਾ ਤੇ ਮੈਨੂੰ ਸਹੀ ਯਾਦ ਨਹੀਂ, ਲੇਕਿਨ 6ਵੀਂ ਕਲਾਸ ਤੋਂ ਲੱਗ ਕੇ ਮੈਟ੍ਰਿਕ ਤੱਕ, ਮੈਟ੍ਰਿਕ ਫਾਈਨਲ ਇਮਤਿਹਾਨ ਤੱਕ ਕਦੀ ਵੀ ਮੇਰੇ ਨੰਬਰ 100% ਤੋਂ ਘੱਟ ਨਹੀਂ ਸੀ ਆਏ। ਇਹ ਹਿਸਾਬ ਹੈ, ਚਾਹੇ ਉਹ ਅਲਜਬਰਾਬਾਦ ਵਿੱਚ ਸੀ, ਚਾਹੇ ਸਿੰਪਲ ਮੈਥਮੈਟਿਕਸ ਸੀ। ਲੇਕਿਨ ਇਸ ਦੇ ਬਾਵਜੂਦ ਮੈਨੂੰ ਜ਼ਬਰਦਸਤੀ ਜਦੋਂ FSC ਕਰਨ ਦੀ ਵਾਰੀ ਆਈ ਤੇ ਪ੍ਰੀ ਮੈਡੀਕਲ ਵਿੱਚ ਪਾ ਦਿੱਤਾ। ਉਦੋਂ ਵੀ ਮੇਰਾ ਜਿਹੜਾ ਸਭ ਤੋਂ ਅੱਛਾ ਸਬਜੈਕਟ ਸੀ ਉਹ ਫਿਜ਼ਿਕਸ ਸੀ, ਕਿਉਂਕਿ ਉਹਦੇ 'ਚ ਮੈਥਮੈਟਿਕਸ ਬਹੁਤ ਜ਼ਿਆਦਾ ਸੀ। ਦੂਜੇ ਭੈਣ ਭਾਈ ਵੀ ਪੜ੍ਹੇ ਨੇ ਕਿ ਤੁਸੀਂ ਸਿਰਫ ਪੜ੍ਹ ਲਿਖ ਕੇ ਲੈਫਟੀਨੈਂਟ ਕਰਨਲ ਤੱਕ ਪਹੁੰਚੇ? ਲੈਫਟੀਨੈਂਟ ਕਰਨਲ ਤੱਕ ਤੇ ਮੈਂ ਹੀ ਪਹੁੰਚਿਆ। ਛੋਟਾ ਭਾਈ ਇੱਕ ਹੈ ਜਿਹੜਾ ਮੇਜਰ ਰਿਟਾਇਰਡ ਹੈ, ਬੜਾ ਜਿਹੜਾ ਸੀ ਉਹ ਐਕਸਾਈਜ਼ ਐਂਡ ਟੈਕਸੇਸ਼ਨ ਵਿੱਚ ਸੀ। ਤੇ ਬਾਕੀ ਜਿਹੜੇ ਨੇ ਉਹ ਇੱਕ ਬੈਂਕਰ ਹੈ, ਪੜ੍ਹੇ ਲਿਖੇ ਸਹੀ, MBA ਕੀਤਾ, ਉਸ ਤੋਂ ਬਾਅਦ ਬੈਂਕ ਵਿੱਚ ਸਾਰਾ ਕੁਝ, ਤੇ ਪੜ੍ਹੇ ਲਿਖੇ ਨੇ ਜਨਰਲੀ ਸਾਰੇ। ਔਰ ਚਾਹੇ ਕੋਈ ਉਹ ਆਪਣਾ ਕਰ ਰਿਹਾ ਜਾਂ ਉਹ ਜੌਬ ਕਰਦਾ ਰਿਹਾ। ਅੱਛਾ, ਤੇ ਤੁਹਾਡਾ ਆਪਣਾ ਸ਼ੌਕ ਜਿਹੜਾ ਸੀ ਉਹ ਮੈਥ ਸੀ, ਇਹ ਜ਼ਰਾ ਕਹਾਣੀ ਸੁਣਾਓ। ਮੈਡੀਕਲ ਡਾਕਟਰ ਕਿਸ ਤਰ੍ਹਾਂ ਤੁਸੀਂ ਬਣ ਗਏ? ਅਸਲ ਵਿੱਚ ਇਹ ਸੀ ਕਿ ਜੀ ਕਿ ਜਦੋਂ 65 ਦੀ ਵਾਰ ਜਿਹੜਾ ਸੀ ਨਾ, ਉਦੋਂ ਮੈਂ ਤੀਸਰੀ ਕਲਾਸ ਵਿੱਚ ਸੀ, ਮੈਨੂੰ ਯਾਦ ਹੈ। ਇਹਨਾਂ ਚੀਜ਼ਾਂ ਕੋਲੋਂ ਮੈਨੂੰ ਨਾ ਇੱਕ ਅਣਜਾਣ ਹੈ, ਕਿਉਂਕਿ ਮੈਂ ਬਚਪਨ ਦੇ ਵਿੱਚ ਜਿਹੜਾ ਸੀ ਨਾ, ਇੱਕ ਜਿਹਨੂੰ ਕਹਿੰਦੇ ਨੇ ਨਾ ਅੱਜ ਕੱਲ੍ਹ ਕਹਿੰਦੇ ਨੇ ਕਲਾਸਟਰੋਫੋਬੀਆ, ਜਿਹਨੂੰ ਕਹਿੰਦੇ ਨੇ ਹਜੂਮ ਕੋਲੋਂ ਖੌਫ ਆਉਣਾ, ਇੱਕ ਇੱਦਾਂ ਦਾ ਮੇਰੇ ਜ਼ਿਹਨ ਵਿੱਚ ਹੈ ਸੀ। ਹਜੂਮ ਕੋਲੋਂ ਮੈਂ ਖੌਫ ਖਾਂਦਾ ਸੀ।
ਡਰਦਾ ਸੀ, ਉਹਦੇ 'ਚੋਂ ਮੈਂ ਨਿਕਲ ਜਾਂਦਾ ਸੀ। ਤੇ ਇਸ ਤਰ੍ਹਾਂ ਹੀ ਜਿਹੜਾ ਸੀ ਨਾ, ਇਹ ਆਰਮੀ ਮਤਲਬ ਇੱਕ ਤਰਫੋਂ ਤੇ ਇਹ ਸੀ ਕਿ ਨਜ਼ਦੀਕ ਜਾਣਾ ਮੈਨੂੰ ਸ਼ਾਇਦ ਉਹ ਇੰਨਾ ਨਹੀਂ ਸੀ ਅੱਛਾ ਲੱਗਦਾ, ਇੱਕ ਜ਼ਹਿਨੀ ਤੌਰ ਤੇ ਨਾ, ਕਿ ਉਹ ਇਕੱਠੇ ਹੀ ਹੁੰਦੇ ਨੇ ਹਮੇਸ਼ਾ। ਜਦੋਂ ਮਤਲਬ ਕਿ ਇਹ 65 ਜਾਂ ਅੱਗੇ ਪਿੱਛੇ ਉੱਥੇ ਸਾਡੇ ਕੋਈ ਤਕਰੀਬਨ 1.5 ਮੀਲ ਦੂਰ ਇੱਕ ਜਗ੍ਹਾ ਸੀ ਜਿੱਥੇ ਇਹ ਐਕਸਰਸਾਈਜ਼ ਵਾਸਤੇ ਆਉਂਦੇ ਸੀ, ਠੀਕ ਹੈ। ਤੇ ਉੱਥੇ ਮੈਂ ਬੜਾ ਡਰਦਾ ਉਸ ਇਲਾਕੇ 'ਚ, ਹਾਲਾਂਕਿ ਉਹ ਬਾਗਾਤ ਸੀ, ਤੇ ਬਾਗਾਤ ਵਿੱਚ ਬਾਗ ਵਾਲੇ ਅਸੀਂ ਬੱਚੇ ਸਾਰੇ ਚਲੇ ਜਾਂਦੇ ਸੀ, ਕੋਈ ਉਹ ਨਹੀਂ ਸੀ ਹੁੰਦਾ ਕਿ ਜੀ ਕਿ ਇੱਧਰ ਕਿਉਂ ਆ ਗਏ, ਇਹ ਸਾਡੇ ਟੈਂਟ ਲੱਗੇ ਹੋਏ ਨੇ, ਜਾਂ ਇਹ ਹੋਇਆ ਹੋਇਆ, ਜਾਂ ਇਹ ਹੋਇਆ ਹੋਇਆ। ਈਵਨ ਉਹਨਾਂ ਦੇ ਅਸੀਂ ਜਾ ਕੇ ਜਿਹੜੇ ਸੀ ਨਾ ਐਕਸਰਸਾਈਜ਼ ਨਕਸ਼ੇ ਬਣਾਏ ਹੋਏ ਹੁੰਦੇ ਸੀ, ਉੱਥੇ ਚਲੇ ਜਾਂਦੇ ਸੀ, ਕੋਈ ਪਰਵਾਹ ਨਹੀਂ ਸੀ ਹੁੰਦੀ। ਔਰ ਉਸ ਤੋਂ ਵੀ ਬਲਕਿ ਉਹ ਅਟਰੈਕਟ ਕਰਦੇ ਸੀ, ਕਿਉਂਕਿ ਇਹ ਨਕਸ਼ੇ ਜਿਹੜਾ ਗਰਾਊਂਡ ਇੱਕ ਉਹ ਹੁੰਦਾ ਉਹਨੂੰ ਕੀ ਕਹਿੰਦੇ ਨੇ, ਗਰਾਊਂਡ ਦੇ ਉੱਤੇ ਜਿਹੜਾ ਨਾ ਮਾਡਲ ਬਣਾਉਂਦੇ ਸੀ ਆਰਮੀ ਦੇ ਵਿੱਚ ਨਾ, ਸੈਟਲਡ ਏਰੀਏ ਦੇ ਵਿੱਚ ਉਹ ਮਾਡਲ ਬਣਾਉਂਦੇ, ਮਾਡਲ ਦੇ ਉੱਤੇ ਉਹ ਫਿਰ ਹਰ ਚੀਜ਼, ਮਤਲਬ ਅਗਰ ਤੁਸੀਂ ਗੱਡੀਆਂ ਦਿਖਾਣੀਆਂ ਨੇ ਤਾਂ ਗੱਡੀਆਂ ਖਿਲੌਣੇ ਲਿਆ ਕੇ ਰੱਖ ਦੋਗੇ, ਟੈਂਕ ਦਿਖਾਣੇ ਨੇ ਤੇ ਕਿਸੇ ਨਾ ਕਿਸੇ ਚੀਜ਼ ਦੇ ਸਾਂ ਕਿ ਟੈਂਕ ਬਣਿਆ ਹੋਇਆ, ਦਰਖਤ ਨੇ ਔਰ ਗ੍ਰੀਨ ਏਰੀਆ, ਪਾਣੀ ਹੈ ਸਾਰਾ ਉਹ, ਔਰ ਪਹਾੜ ਉਹਦੇ ਸਾਰਾ, ਇਹ ਸਾਰਾ ਨਾਲੇ ਉਹਦੇ ਦਿਖਾਏ ਜਾਂਦੇ ਨੇ। ਮਾਡਲ, ਉਹ ਮਾਡਲ ਡਿਸਕਸ਼ਨ ਵਾਸਤੇ ਹੁੰਦਾ ਹੈ, ਔਰ ਐਕਚੁਅਲ ਇਲਾਕੇ ਦੀ ਉਹ ਜ਼ਿਆਦਾ ਅੱਛੀ ਸਮਝ ਆ ਜਾਂਦੀ ਹੈ ਉਸ ਦੇ ਉੱਤੇ ਇੱਕ ਆਮ ਫੌਜੀ ਨੂੰ ਵੀ। ਤੇ ਉਹ ਵੀ ਕਾਫੀ ਅਸੀਂ ਜਾ ਕੇ ਉੱਥੇ ਖੜੇ ਰਹਿਣਾ, ਦੇਖਣਾ, ਤੇ ਉਹ ਆਸਤਾ ਆਸਤਾ ਮੇਰਾ ਜਿਹੜਾ ਸੀ ਨਾ ਇਹ ਦਿਲ ਦੇ ਵਿੱਚ ਇਹ ਪੈਦਾ ਹੋ ਗਿਆ ਕਿ ਬਸ ਫੌਜੀ ਬਣਨਾ। ਅੱਛਾ, ਹੁਣ ਸਾਡੇ ਉੱਥੇ ਤੇ ਨਾ ਕੋਈ ਉਸ ਵੇਲੇ ਤੱਕ ਕੋਈ ਬੰਦਾ ਨਾ ਤੇ ਕੋਈ ਸਰਕਾਰੀ ਮੁਲਾਜ਼ਮ ਸੀ, ਨਾ ਕੋਈ ਫੌਜ ਸੀ, ਨਾ ਕੋਈ ਸਿਵਲ ਸੀ, ਕੁਛ ਵੀ ਨਹੀਂ ਸੀ, ਸਿਵਾਏ ਇਸ ਤੋਂ ਕਿ ਸਾਨੂੰ ਅਸੀਂ ਇੱਕ ਡਾਕੀਆ ਦੇਖਦੇ ਸੀ ਜਿਹੜਾ ਉੱਥੇ ਆਉਂਦਾ ਸੀ, ਖਤ ਦਿੰਦਾ ਸੀ, ਜਾਂ ਉਹ ਜਿਹੜੇ ਹੁੰਦੇ ਸੀ ਕੋਈ ਸਫਾਈ ਸੂਈ ਮਿਊਨਿਸਪਲ ਕਮੇਟੀ ਚੁੱਕਿਆ ਹੁੰਦਾ ਸੀ, ਤੇ ਉਹ ਸਫਾਈ ਸੂਈ ਵਾਲੇ ਉਹ ਸਰਕਾਰੀ ਬੰਦੇ ਹੁੰਦੇ ਸੀ, ਬਾਕੀ ਸਭ ਆਪਣੇ ਆਪਣੇ ਕੰਮ ਕਰਦੇ ਸੀ। ਲੇਕਿਨ ਮੇਰੇ ਦਿਲ 'ਚ ਇੱਕ ਜਿਹੜਾ ਸੀ ਨਾ ਉਹ ਪੈਦਾ ਹੋ ਗਿਆ ਕਿ ਫੌਜੀ ਬਣਨਾ। ਔਰ ਮੈਂ ਮਤਲਬ ਕਿ ਜਿਹੜਾ ਆਪਣੀ ਹੋਸ਼ ਦੇ ਵਿੱਚ ਇਹੀ ਹੈ ਕਿ ਮੈਂ ਹਮੇਸ਼ਾ ਇਹ ਕਿਹਾ ਕਿ ਜੀ ਕਿ ਮੈਂ ਤੇ ਫੌਜੀ, ਠੀਕ ਹੈ। ਅੱਛਾ, ਹੁਣ ਇਹ ਕਿ ਜੀ ਕਿ ਕਿਸ ਤਰ੍ਹਾਂ ਹੁੰਦਾ, ਕੀ ਹੁੰਦਾ, ਕੁਛ ਪਤਾ ਨਹੀਂ ਹੈ। ਹੱਤਾ ਕਿ ਜਦੋਂ ਮੈਂ 7ਵੀਂ ਕਲਾਸ ਪਾਸ ਕੀਤੀ ਉਦੋਂ ਐਕਸਪੋਜ਼ਰ ਹੋਇਆ ਕਿ ਕਿਉਂਕਿ ਸਾਡੇ ਜਿਹੜੇ ਮੇਰੇ ਵਾਲਿਦ ਸਾਹਿਬ ਦੀ ਸੀ ਨਾ ਵਰਕਸ਼ਾਪ, ਇਹ ਕਾਫੀ ਬਹੁਤ ਘੱਟ ਲੋਕ ਹੀ ਹੁੰਦੇ ਸੀ ਜਿਹੜੇ, ਔਰ ਘਰਾਂ ਵੀ ਬੜੇ ਘੱਟ ਲੋਕਾਂ ਕੋਲ ਹੁੰਦੀਆਂ ਸੀ। ਤੇ ਉਹ ਸ਼ਹਿਰ ਦੇ ਜਿਹੜੇ ਚੀਦਾ ਪੜ੍ਹੇ ਲਿਖੇ ਲੋਕੀ ਜਾਂ ਬੜੇ ਬੜੇ ਜਿਹੜੇ ਇਹ ਸੀ ਸਨਅਤ ਕੇ ਚਾਹੁੰਦੇ ਕਿਤੇ ਹੁੰਦੇ ਸੀ, ਕਿ ਬਹੁਤ ਜ਼ਿਆਦਾ ਹੈ ਵੀ ਨਹੀਂ ਸੀ, ਉਹ ਜਨਰਲੀ ਉਹ ਸਾਡੇ ਉਹ ਮੇਰੇ ਵਾਲਿਦ ਸਾਹਿਬ ਦੇ ਕਲਾਇੰਟ ਸੀ, ਉਹ ਉੱਥੇ ਹੀ ਆਉਂਦੇ ਸੀ, ਆ ਕੇ ਬੈਠਦੇ ਵੀ ਸੀ, ਗੱਪਸ਼ਪ ਵੀ ਹੁੰਦੀ ਸੀ। ਔਰ ਉਹ ਉਹਨਾਂ 'ਚ ਇੱਕ ਰਿਟਾਇਰਡ ਮੇਜਰ ਵੀ ਸੀ, ਤੇ ਉਹ ਆ ਕੇ ਬੈਠਾ ਰਹਿੰਦਾ ਹੁੰਦਾ ਸੀ, ਕਾਫੀ ਦੇਰ ਤੱਕ ਉਹਨੇ ਬੈਠਾ ਰਹਿਣਾ, ਕਿਉਂਕਿ ਉਹ ਵਾਲੇ ਸਾਹਿਬ ਦੀ ਆਦਤ ਹੁੰਦੀ ਸੀ, ਜਿਹੜਾ ਬੰਦਾ ਆਇਆ ਚਾਏ ਮੰਗਾ ਲਓ, ਚਾਏ ਨਹੀਂ ਪੀਣੀ ਬੋਤਲ ਮੰਗਾ ਲਓ। ਤੇ ਉਹਨਾਂ ਕਿਸੇ ਬੰਦੇ ਨੂੰ ਇਸ ਤਰ੍ਹਾਂ ਨਹੀਂ ਰਹਿਣ ਦੇਣਾ ਹੁੰਦਾ ਸੀ, ਰਾਤ ਨੂੰ ਪੈਸੇ ਬਚਣ ਨਾ ਬਚਣ, ਉਹ ਉਹਨਾਂ ਨੇ ਹਰ ਇੱਕ ਨੂੰ ਜਿਹੜਾ ਸੀ ਉਹ ਇਸ ਤਰੀਕੇ ਨਾਲ ਡੀਲ ਕਰਦੇ ਸੀ। ਉਹ ਖਾਣੇ ਦਾ ਟਾਈਮ ਹੋ ਗਿਆ, ਖਾਣਾ ਮੰਗਾ ਲਓ ਜੀ, ਸਾਰੇ ਖਾਣਾ ਖਾ ਰਹੇ ਨੇ, ਤੇ ਉਹ ਮੇਜਰ ਸਾਹਿਬ ਨਾਲ ਇੱਕ ਦਫਾ ਮੇਰੀ ਮੁਲਾਕਾਤ, ਬਲਕਿ ਉਸ ਤੋਂ ਵੀ ਪਹਿਲਾਂ ਇੱਕ ਹੋਰ ਸੀ, ਉਹ ਬੜਾ ਬਿਜ਼ਨਸਮੈਨ ਸੀ ਔਰ ਪੈਟਰੋਲ ਪੰਪਸ ਦਾ ਉਹ ਮਾਲਕ ਸੀ। ਇੱਕ ਤੇ ਉਦੋਂ ਪੈਟਰੋਲ ਪੰਪ ਸੀ ਗੁਜਰਾਂਵਾਲੇ 'ਚ, ਇੱਕ ਦਸਤਗੀਰ, ਗੁਲਾਮ ਦਸਤਗੀਰ, ਖੁਰਮ ਦਸਤਗੀਰ ਦੇ ਵਾਲਿਦ, ਉਹਨਾਂ ਦਾ ਪੈਟਰੋਲ ਪੰਪ ਸੀ ਦੋ। ਇੱਕ ਬਾਊ ਅਨਵਰ ਹੁੰਦਾ ਸੀ, ਉਹਨਾਂ ਦਾ ਪੈਟਰੋਲ ਪੰਪ ਉੱਧਰ ਹੁੰਦਾ ਸੀ, ਤੀਸਰਾ ਉੱਥੇ ਪੈਟਰੋਲ ਪੰਪ ਕੋਈ ਨਹੀਂ ਸੀ। ਔਰ ਦੋਨੋਂ ਜਿਹੜੇ ਸੀ ਇਹ ਵਾਲੇ ਸਾਹਿਬ ਦੇ ਉਹ ਕਹਿ ਲਓ ਕਿ ਮਰੀਦ ਸੀ ਜਾਂ ਕਲਾਇੰਟ ਸੀ। ਉਹ ਜਿਹੜੇ ਦੂਸਰੇ ਸੀ ਉਹ ਕਾਫੀ ਤੇਜ਼ ਤਰਾਰ ਔਰ ਮੈਥਮੈਟਿਕਸ, ਉਹ ਮੈਨੂੰ ਇੱਕ ਦਫਾ
ਮੈਥਮੈਟਿਕ ਦਾ ਜਿਹੜਾ ਸੀ ਨਾ, ਬੜਾ ਹੀ ਟੇਢਾ ਜਿਹਾ ਸਵਾਲ ਦਿੱਤਾ ਕਿ ਪੁੱਤਰ ਮੈਨੂੰ ਇਹ ਦੱਸ ਕਿ ਅਗਰ ਇੱਕ ਚੀਜ਼ ਜਿਹੜੀ ਏ ਉਹ 10 ਰੁਪਏ ਦੀ ਜਾਂ 15 ਰੁਪਏ ਦੀ ਇੱਕ ਸ਼ੇਰ ਆਉਂਦੀ ਹੈ ਤੇ ਉਹ 2 ਛਟਾਂਕ 3 ਤੋਲੇ ਔਰ 2 ਮਾਸ਼ਾ ਕਿੰਨੇ ਦੀ ਆਏਗੀ। ਮੈਂ ਉਹਨੂੰ ਕੈਲਕੂਲੇਟ ਕਰਤਾ, ਮੈਂ ਕਿ ਜ਼ਬਾਨੀ ਲਿਖ ਕੇ ਨੇ, ਜ਼ਬਾਨੀ ਮੈਂ ਕੈਲਕੂਲੇਟ ਕਰਤਾ ਕਿ ਉਹ ਬਹੁਤ ਇੰਪ੍ਰੈਸ ਹੋਇਆ ਮੇਰੇ ਤੋਂ, ਔਰ ਉਹਨੇ ਬੜਾ ਸ਼ਾਬਾਸ਼ੀ ਵਗੈਰਾ ਉਹ ਕਹਿੰਦਾ ਕਿ ਭਾਜੀ ਇਹ ਜਿਹੜਾ ਨਾ ਤੁਹਾਡਾ ਪੁੱਤਰ ਜਿਹੜਾ ਇਸ ਨੂੰ ਕਿਸੇ ਚੰਗੇ ਪਾਸੇ ਇਹਨੂੰ ਲਾਈਓ। ਤੇ ਉਹ ਬਹਰਹਾਲ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਸੀ ਹੁੰਦੀ ਬਿਲਕੁਲ ਕਿ ਕੋਈ ਅਗਰ ਵਰਕਸ਼ਾਪ ਤੇ ਕਦੀ ਜਾਂਦੇ ਵੀ ਸੀ, ਸਕੂਲ ਫਿਰ ਨੇੜੇ ਸੀ ਨਾ, ਵਰਕਸ਼ਾਪ ਤੇ ਉਹ ਸਕੂਲ ਨੇੜੇ ਸੀ ਤੇ ਬਾਜ਼ ਔਕਾਤ ਅਸੀਂ ਅਗਰ ਉਹ ਟਾਂਗਾ ਨਹੀਂ ਮਿਲਿਆ, ਟਾਂਗੇ ਤੇ ਸਵਾਰੀ ਟਾਂਗੇ ਤੇ ਆਣਾ ਜਾਣਾ ਹੁੰਦਾ ਸੀ, ਉਹ ਨਹੀਂ ਮਿਲਿਆ ਤੇ ਵਰਕਸ਼ਾਪ ਚਲੇ ਜਾਂਦੇ ਸੀ। ਉਹ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਘਰ ਛੋੜ ਜਾਂਦੇ ਸੀ। ਤੇ ਲੇਕਿਨ ਉਹ ਵਾਲੇ ਸਾਹਿਬ ਨੇ ਕਦੀ ਵੀ ਸਾਨੂੰ ਕਿਸੇ ਨੂੰ ਵੀ ਇਹ ਨਹੀਂ ਕਿਹਾ ਕਿ ਇਹ ਜਿਹੜਾ ਨਾ ਚੀਜ਼ ਮੈਨੂੰ ਪਕੜਾ ਦਿਓ, ਇਸ ਵਾਸਤੇ ਕਿ ਉਹ ਨਹੀਂ ਸੀ ਚਾਹੁੰਦੇ। ਉਹ ਕਹਿੰਦੇ ਸੀ ਕਿ ਮੇਰੀ ਤੇ ਮਤਲਬ ਹੈ ਕਿ ਤੁਸੀਂ ਪੜ੍ਹੋ, ਤੁਹਾਡਾ ਕੰਮ ਸਿਰਫ ਪੜ੍ਹਨਾ, ਇਸ ਤੋਂ ਇਲਾਵਾ ਤੁਹਾਡਾ ਕੋਈ ਕੰਮ ਨਹੀਂ। ਤੇ ਚਲੋ ਅਸੀਂ ਅੱਛਾ ਪੜ੍ਹੇ ਵੀ, ਕੀਤਾ ਵੀ। ਤੇ ਉਹ ਫਿਰ ਉਦੋਂ ਜਿਹੜਾ ਸੀ ਨਾ, ਉਹ ਮੇਜਰ ਸਾਹਿਬ ਨੇ ਉਹ ਕਿਹਾ ਕਿ ਤੈਨੂੰ ਤੁਸੀਂ ਉਧਰ ਏਅਰਫੋਰਸ ਵਿੱਚ ਇਮਤਿਹਾਨ ਕਿਉਂ ਨਹੀਂ ਦਿੰਦੇ। ਮੈਨੂੰ ਇਹ ਉਹ ਹੁੰਦਾ ਸੀ PF ਕਾਲਜ ਸਰਗੋਦਾ, ਉੱਥੇ ਕਿਉਂ ਨਹੀਂ ਤੁਸੀਂ ਭਜਵਾ ਦਿੰਦੇ। ਉਹ FSC ਤੱਕ ਹੁੰਦਾ ਸੀ ਉਹਨਾਂ ਦਾ। ਉਹ ਫਿਰ ਉੱਥੋਂ ਜਿਹੜਾ ਸੀ ਮੇਰਾ ਜਿਹੜਾ ਸੀ ਉਹ ਰੁਝਾਨ ਹੋ ਗਿਆ ਏਅਰਫੋਰਸ ਵੱਲ। ਔਰ ਹੁਣ ਮੈਂ ਕਾਫੀ ਕਲੀਅਰ ਸੀ 7ਵੀਂ ਜਮਾਤ ਵਿੱਚ ਕਿ ਹੁਣ ਕੀ ਬਣਨਾ। ਉਦੋਂ ਤੋਂ ਲੱਗ ਕੇ ਫਿਰ ਮੈਂ ਕਿਹਾ ਕਿ ਮੈਂ ਤੇ ਇਹ ਜਹਾਜ਼ ਹੀ ਉਡਾਉਣਾ ਹੈ। ਉਹ ਫਿਰ ਨਹੀਂ ਹੋਇਆ, ਉੱਥੇ ਦਾਖਲਾ ਨਹੀਂ ਮਿਲਿਆ, ਮੈਟ੍ਰਿਕ ਗੁਜ਼ਰ ਗਿਆ। FSC 'ਚ ਵੀ ਸੀ ਟਰਾਈ ਕੀਤੀ, ਨਹੀਂ ਹੋਇਆ। FSC 'ਚ ਇਹਨਾਂ ਨੇ ਵੈਸੇ ਹੀ ਉਹ ਪ੍ਰੀ ਮੈਡੀਕਲ ਰਖਵਾ ਦਿੱਤਾ। ਲੇਕਿਨ ਮੈਂ ਇਹ ਸੀ ਕਿ ਮੈਂ ਕਹਿੰਦਾ ਸੀ ਕਿ ਨਹੀਂ, ਇੰਨਾ ਕੁ ਮੈਨੂੰ ਅਹਿਸਾਸ ਹੈ ਸੀ ਮੈਟ੍ਰਿਕ ਵਿੱਚ ਕਿ ਮੈਡੀਕਲ ਨਹੀਂ, ਮੈਨੂੰ ਇੰਜੀਨੀਅਰਿੰਗ ਪੜ੍ਹਨੀ ਹੈ। ਇੱਕ ਤਾਂ ਉਹਦੀ ਬੜੀ ਵਜ੍ਹਾ ਜਿਹੜੀ ਸੀ ਉਹ ਸੀ ਕਿ ਏਅਰਫੋਰਸ ਵਿੱਚ ਜਾਣ ਵਾਸਤੇ ਉਹ ਪ੍ਰੀ ਇੰਜੀਨੀਅਰਿੰਗ ਨੂੰ ਪ੍ਰੈਫਰੈਂਸ ਦਿੰਦੇ ਸੀ, GD ਪਾਇਲਟ ਵਾਸਤੇ ਵੀ। ਔਰ ਦੂਸਰਾ ਇਹ ਸੀ ਕਿ ਮੈਂ ਮੈਡੀਕਲ ਜ਼ਰਾ ਥੋੜ੍ਹਾ ਜਿੰਨਾ ਮੈਂ ਕਹਿੰਦਾ ਸੀ ਡਾਕਟਰ ਦੀ ਵਿਚਾਰੇ ਦੀ ਕਿਹੜੀ ਜ਼ਿੰਦਗੀ ਹੈ। ਸੁਬਾਹ ਉੱਠਦਾ ਜਾਂਦਾ, ਦੁਪਹਿਰ ਨੂੰ ਆਇਆ, ਖਾਣਾ ਖਾਧਾ, ਫਿਰ ਗਿਆ ਸ਼ਾਮ ਨੂੰ, ਫਿਰ ਆਇਆ, ਆ ਕੇ ਸੌਂ ਗਿਆ, ਸਵੇਰੇ ਉੱਠ ਕੇ ਫਿਰ ਉਹਦਾ ਉਹੀ ਕੰਮ ਹੈ। ਤੇ ਇਹ ਤੇ ਕੋਈ ਜ਼ਿੰਦਗੀ ਨਹੀਂ ਹੈ, ਠੀਕ ਹੈ। ਔਰ ਦੂਸਰਾ ਮੇਰਾ ਆਪਣਾ ਇੰਟਰਸਟ ਬਹੁਤ ਜ਼ਿਆਦਾ ਸੀ ਉਹਦੇ 'ਚ, ਡਰਾਇੰਗ, ਜਿਓਮੈਟ੍ਰੀਕਲ ਟੈਕਨੀਕਲ ਡਰਾਇੰਗ। ਉਦੋਂ ਇੱਕ ਉਹ ਹੁੰਦਾ ਸੀ, ਉਹ ਇੱਕ ਸਬਜੈਕਟ ਹੁੰਦਾ ਸੀ ਮੈਟ੍ਰਿਕ ਵਿੱਚ, ਜਿਹੜਾ ਬਾਅਦ ਖਤਮ ਹੋ ਗਿਆ, ਹੁਣ ਤੇ ਨਹੀਂ ਉਹ ਹੈ, ਸਾਡੇ ਦੌਰ ਵਿੱਚ ਹੁੰਦਾ ਸੀ। ਮੇਰੀ ਸਭ ਤੋਂ ਜ਼ਿਆਦਾ ਜਿਹੜੀ ਅੱਛੇ ਨੰਬਰ ਜਾਂ ਇੰਟਰਸਟ ਜਿਹੜੀ ਸੀ, ਉਹ 3 ਸਬਜੈਕਟਸ ਹੁੰਦੇ ਸੀ, ਫਿਜ਼ਿਕਸ, मैथमेटिक्स और जियोमेट्रिकल टेक्निकल ड्राइंग तो बहुत अच्छी सी मेरी। खैर इंग्लिश भी मेरी बहुत अच्छी सी। वैसे तो सारे सब्जेक्ट्स ही अच्छे सी कि मैं स्कूल का टॉपर सी वैसे ही। और स्कॉलरशिप ਜਿਹੜਾ ਉਹ ਇੱਕ ਸਪੈਸ਼ਲ ਸਕਾਲਰਸ਼ਿਪ ਹੁੰਦਾ ਸੀ, ਉਹ ਵੀ ਮੈਨੂੰ ਉਦੋਂ ਤਾਂ ਲਾਹੌਰ ਇੱਕ ਹੀ ਬੋਰਡ ਸੀ ਸਾਡਾ ਨਾ, ਗੁਜਰਾਂਵਾਲਾ ਬੋਰਡ ਬਾਅਦ ਵਿੱਚ ਬਣ ਗਿਆ। ਤੇ ਸਕਾਲਰਸ਼ਿਪ ਅੱਗੋਂ ਮੈਨੂੰ ਮਿਲਦਾ ਰਿਹਾ। ਲੇਕਿਨ FSC 'ਚ ਮੇਰੀ ਇੰਟਰਸਟ ਤਕਰੀਬਨ ਖਤਮ ਹੋ ਗਈ ਕਿਉਂਕਿ ਉਹ ਪ੍ਰੀ ਮੈਡੀਕਲ ਰੱਖ ਦਿੱਤਾ, ਉਹਦੇ 'ਚ ਮੇਰੀ ਇੰਟਰਸਟ ਨਹੀਂ ਸੀ। ਅਲਬੱਤਾ ਇੱਕ ਸਬਜੈਕਟ ਉਦੋਂ ਹੈ ਸੀ ਜਿਹਦੇ 'ਚ ਮੈਂ ਇੰਟਰਸਟ ਲੈਂਦਾ ਸੀ, ਔਰ ਦੈਟ ਵਾਜ਼ ਫਿਜ਼ਿਕਸ। ਲੇਕਿਨ ਹੋਇਆ ਇੰਝ ਕਿ ਫਿਰ ਵੀ ਮੈਂ ਮੈਡੀਕਲ ਕਾਲਜ ਪਹੁੰਚ ਗਿਆ, ਮੈਂ ਨਾ ਚਾਹੁੰਦਾ ਹੋਇਆ ਵੀ। ਹੁਣ ਪ੍ਰੀ ਮੈਡੀਕਲ ਜਦੋਂ ਪੜ੍ਹ ਹੀ ਲਿੱਤਾ ਤੇ ਇਹ ਤੇ ਨਹੀਂ ਕਰ ਸਕਦਾ ਸੀ ਕਿ ਮੈਂ ਹੁਣ ਅਪਲਾਈ ਨਹੀਂ ਕਰਾਂਗਾ। ਮੈਂ ਅਪਲਾਈ ਕਰਤਾ। ਜਦੋਂ ਕਿ ਅੰਦਰ ਮੇਰੇ ਇਹ ਸੀ ਕਿ ਬਸ ਮੈਂ ਤੇ ਫੌਜ ਵਿੱਚ ਚਲੇ ਜਾਣਾ, ਠੀਕ ਹੈ, ਘਰ ਵਾਲੇ ਵੀ ਖੁਸ਼ ਤੇ ਮੈਂ ਵੀ ਖੁਸ਼, ਠੀਕ। ਔਰ ਉੱਧਰੋਂ ਇਹ ਸੀ ਕਿ ਮੈਂ ਤਕਰੀਬਨ 36 ਤੋਂ ਲੱਗ ਕੇ
5ਵੀਂ 6 ਤੋਂ ਲੱਗ ਕੇ ਨਸੀਮ ਆਜ਼ਾਦੀ ਦੇ ਨਾਵਲ ਪੜ੍ਹਨੇ ਸ਼ੁਰੂ ਕੀਤੇ ਸੀ। ਪੜ੍ਹੇ ਨਾ ਉਹ ਕੁਛ ਉਹਨਾਂ ਨੇ ਵੀ ਉਹ ਜਿਹੜਾ ਸੀ ਜਿਹਾਦੀ ਸੀ ਤਿਆਰ ਕੀਤਾ। ਔਰ ਇੱਕ ਹੋਰ ਹਕਾਇਤ ਡਾਈਜੈਸਟ ਹੁੰਦਾ ਸੀ, ਪਤਾ ਨਹੀਂ ਅੱਜ ਕੱਲ੍ਹ ਵੀ ਮੇਰਾ ਖਿਆਲ ਹੈ ਇਨਾਇਤੁੱਲਾ ਦਾ ਇਨਾਇਤੁੱਲਾ ਵਾਲਾ, ਜਾਂ ਮੈਂ ਉਹ ਪੜ੍ਹਦਾ ਸੀ ਜਾਂ ਉਹ ਪੜ੍ਹਦਾ ਸੀ। ਤੀਸਰਾ ਕੋਈ ਨਾਵਲ ਮੈਂ ਨਹੀਂ ਸੀ ਪੜ੍ਹਦਾ। ਔਰ ਉਹ ਮੈਂ ਹਰ ਮਹੀਨੇ ਹਕਾਇਤ ਹਰ ਮਹੀਨੇ ਮੈਂ ਖਰੀਦਦਾ ਸੀ। ਉਹ ਮੰਥਲੀ ਹੁੰਦਾ ਸੀ, ਹਰ ਮਹੀਨੇ ਮੈਂ ਖਰੀਦਦਾ ਸੀ ਔਰ ਮੇਰੇ ਕੋਲ ਪੂਰੀ ਸੀਰੀਜ਼ ਪਈਆਂ ਹੁੰਦੀਆਂ ਸੀ। ਇਸ ਤਰ੍ਹਾਂ ਹੀ ਉਹ ਵਕਤਨ ਫਵਕਤਨ ਜਦੋਂ ਮੌਕਾ ਮਿਲਣਾ ਅਸੀਂ ਕੋਈ ਨਾਵਲ ਖਰੀਦ ਲੈਣਾ। ਲਾਇਬ੍ਰੇਰੀ 'ਚੋਂ ਲਿਆ ਕੇ ਨਹੀਂ ਸੀ ਮੈਂ ਪੜ੍ਹਦਾ, ਆਪਣੇ ਜਾ ਕੇ। ਮਤਲਬ ਸਪੋਰਟ ਕਰਦੇ ਸੀ ਇਹਨੇ, ਉਹ ਕਹਿੰਦੇ ਸੀ ਬਸ ਪੁੱਤਰ ਤੁਸੀਂ ਪੜ੍ਹਦੇ ਰਹੋ ਅਤੇ ਜਿਹੜਾ ਸਾਡੇ ਕੋਲੋਂ ਹੈਗਾ ਅਸੀਂ ਤੁਹਾਨੂੰ ਸਪੋਰਟ ਕਰਨੀ ਹੈ ਨਾ, ਉਹ ਅਸੀਂ ਕਰਦੇ ਰਹਿੰਦੇ ਹਾਂ, ਤੁਸੀਂ ਪੜ੍ਹੋ। ਅਤੇ ਉਹ ਬਸ ਉਹ ਫਿਰ ਮੈਡੀਕਲ ਕਾਲਜ ਪਹੁੰਚ ਗਿਆ। ਲੇਕਿਨ ਉਹ ਜਿਹੜਾ ਸੀ ਨਾ ਉਹ ਚੀਜ਼, ਉਹ ਕਹਿ ਲਓ ਕਿ ਉਹ ਜਿਹੜਾ ਇੱਕ ਮਾਈਂਡ ਡਿਵੈਲਪ ਹੋ ਗਿਆ, ਜਿਹਾਦੀ ਕਹਿ ਲਓ, ਥ੍ਰਿਲ ਸੀਕਰ ਕਹਿ ਲਓ, ਐਡਵੈਂਚਰਸ ਕਹਿ ਲਓ ਉਹਨੂੰ ਤੁਸੀਂ, ਠੀਕ ਹੈ। ਅਤੇ ਉਹ ਸਾਰੇ ਹੁਣ ਤਾਂ ਮੈਂ ਸਮਝਦਾ ਸਾਰੀ ਇੱਕੋ ਜਿਹੀ ਚੀਜ਼ ਹੈ, ਇੱਕ ਹੀ ਚੀਜ਼ ਦੇ ਮੁਖਤਲਿਫ ਨਾਮ ਹੈ। ਮਤਲਬ ਕਿ ਜਿਹਾਦੀ ਉਹ ਵੀ ਕੀ ਐਡਵੈਂਚਰ ਹੀ ਹੈ। ਉਸੇ ਵਜ੍ਹਾ ਤੋਂ ਤੁਹਾਡਾ, ਕਿਉਂਕਿ ਤੁਹਾਡਾ ਜਿਹੜਾ ਨਾ ਜੋ ਸਾਈਡ 'ਤੇ ਗੱਲ ਨਿਕਲ ਜਾਏਗੀ, ਲੇਕਿਨ ਇਹ ਵੀ ਕਿ ਜਿਹੜਾ ਉਸ ਤਰਫ ਵੀ ਜਾਂਦਾ ਬੁਨਿਆਦੀ ਤੌਰ 'ਤੇ ਉਹ ਐਡਵੈਂਚਰ ਲਵਰ ਹੁੰਦਾ ਨਾ, ਥ੍ਰਿਲ ਸੀਕਰ ਹੁੰਦਾ ਨਾ। ਔਰ ਵੈਸੇ ਵੀ ਕਿ ਹਰ ਜਿਹੜਾ ਹੁੰਦਾ ਨਾ ਨੌਜਵਾਨ, ਉਹ ਥ੍ਰਿਲ ਸੀਕਰ ਹੁੰਦਾ। ਹਰ ਨੌਜਵਾਨ ਥ੍ਰਿਲ ਸੀਕਰ ਹੁੰਦਾ। ਪਹਿਲਾਂ ਖਾਲੀ ਸਾਡੇ ਜਿਹੜੇ ਮਰਦ ਹਜ਼ਰਾਤ ਹੀ ਹੁੰਦੇ ਸੀ, ਲੇਕਿਨ ਜਦੋਂ ਸਾਡੇ ਲੜਕੀਆਂ ਨੂੰ ਐਕਸਪੋਜ਼ਰ ਮਿਲਿਆ ਅਤੇ ਉਹ ਵੀ ਉਸ 'ਤੇ, ਜਾਂ ਕਹਿ ਲਓ ਨੌਜਵਾਨ ਲੜਕੀ ਹੋਵੇ ਜਾਂ ਲੜਕਾ ਹੋਵੇ, ਉਹ ਥ੍ਰਿਲ ਸੀਕਰ ਹੁੰਦਾ ਅਤੇ ਉਸ ਨੂੰ ਐਕਸਪੋਜ਼ਰ ਚਾਹੀਦਾ ਹੁੰਦਾ। ਸਿਰਫ ਤੁਸੀਂ ਉਹਨੂੰ ਕਿਸ ਪਾਸੇ ਲਾ ਦਿੰਦੇ ਹੋ। ਲੇਕਿਨ ਇਹ ਵੀ ਮੇਰਾ ਖਿਆਲ ਹੈ ਕਿ ਉਸ ਦੌਰ ਦੇ ਵਿੱਚ ਸ਼ਾਇਦ ਨਸੀਮ, ਦੇਖੋ ਨਾ ਤੁਸੀਂ ਉਦੋਂ ਨਸੀਮ ਆਜ਼ਾਦੀ ਦੇ ਨਾਵਲ, ਡਰਾਮੇ, ਈਵਨ ਟੀ ਵੀ ਦੇ ਉੱਤੇ ਉਹ ਤੁਹਾਨੂੰ ਇੱਕ ਖਾਸ ਲਾਈਨ 'ਤੇ ਲੈ ਕੇ ਜਾ ਰਹੇ ਸੀ, ਜਿਹੜਾ ਬਾਅਦ ਵਿੱਚ 70s ਦੇ ਵਿੱਚ ਅਤੇ 80s ਦੇ ਵਿੱਚ ਅਤੇ 90s ਦੇ ਵਿੱਚ ਇਸਤੇਮਾਲ ਕੀਤਾ, ਵੈਸਟ ਵਿੱਚ ਵੀ ਅਤੇ ਈਸਟ ਵਿੱਚ ਵੀ। ਤੁਸੀਂ ਇਹ ਸਮਝਦੇ ਨਹੀਂ ਕਿ ਇਸ ਰੁਝਾਨ ਨੇ ਔਰ ਇੱਕ ਯੂਟੋਪੀਆ ਜਿਹੜਾ ਬਣਿਆ, ਇਹਨੇ ਦੁਨੀਆ ਨੂੰ ਔਰ ਬਿਲਖਸੂਸ ਉਮਤ ਤੇ ਮੁਸਲਮਾਨ ਨੂੰ ਬਹੁਤ ਨੁਕਸਾਨ ਪਹੁੰਚਾਇਆ? ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਅਗਰ ਤੁਸੀਂ ਉਸ 'ਤੇ ਐਨਾਲਾਈਜ਼ ਕਰੋ ਉਸ ਨੂੰ ਤੁਸੀਂ, ਅਤੇ ਇਹਦੇ ਪਿੱਛੇ ਕੌਣ ਸੀ? ਇਹਨੂੰ ਇਸਤੇਮਾਲ ਕਿਹਨੇ ਕੀਤਾ, ਇਸ ਸੋਚ ਨੂੰ? ਨਹੀਂ ਗੱਲ ਸਮਝ ਰਹੇ ਹੋ ਤੁਸੀਂ? ਅਫਗਾਨਿਸਤਾਨ 'ਚ ਕਿਹਨੇ ਇਸਤੇਮਾਲ ਕੀਤਾ? ਅੱਜ ਮਤਲਬ ਕਿ ਉਦੋਂ ਅਸੀਂ ਉਹਨੂੰ, ਜਦੋਂ ਉਹਨੂੰ ਜਿਹਾਦ ਕਹਿੰਦੇ ਰਹੇ, ਉਸ ਤੋਂ ਬਾਅਦ ਉਸੇ ਜਿਹਾਦ ਦਾ ਅਸੀਂ ਕੀ ਹਸ਼ਰ ਕੀਤਾ? ਸੇਮ ਚੀਜ਼ ਸੀ ਨਾ। ਤੇ ਕਿਹਨੇ ਇਸਤੇਮਾਲ ਕੀਤਾ? ਇੰਟਰਨੈਸ਼ਨਲ ਪਾਵਰਸ ਨੇ ਇਸਤੇਮਾਲ ਕੀਤਾ। ਉਹ ਤਾਂ ਫੌਜ ਵੀ ਇਸਤੇਮਾਲ ਨਹੀਂ ਹੋਈ? ਨਹੀਂ, ਉਹ ਤਾਂ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਕਿ ਉਹਨਾਂ ਨੇ ਲੋਕਲ ਜਿਹੜੀ ਇੱਕ ਕਹਿ ਲਓ ਉਹਨੂੰ ਲੋਕਲ ਫੋਰਸ ਜਾਂ ਲੋਕਲ ਕੀ ਕਹਿਣਾ ਚਾਹੀਦਾ ਉਹਨੂੰ, ਮੁਕਾਮੀ ਤਾਕਤ ਨੂੰ ਵੀ ਇਸਤੇਮਾਲ ਕੀਤਾ। ਜਿਹੜੀ ਇੱਕ ਜ਼ੇਨ ਸਾਜ਼ੀ ਕੀਤੀ, ਜਿਹੜੇ ਲੋਕ ਤਿਆਰ ਕੀਤੇ, ਉਸ ਮਾਈਂਡ ਸੈਟ ਨੂੰ ਇਸਤੇਮਾਲ ਕੀਤਾ। ਹਾਂ, ਪਹਿਲਾਂ ਉਹਨੂੰ ਇਸ ਪ੍ਰਵਾਨ ਚੜ੍ਹਾਇਆ, ਉਹ ਫਸਲ ਤਿਆਰ ਹੋਈ ਔਰ ਉਸ ਨੂੰ ਫਿਰ ਇਸਤੇਮਾਲ ਕੀਤਾ। ਉਹ ਤੁਸੀਂ ਦੇਖ ਲਓ ਨਾ ਕਿ ਉਹਦੇ ਵਿੱਚ ਜਿਹੜੇ ਇਸਤੇਮਾਲ ਹੋਏ ਉਹ ਕਿਹੜੀ ਨਸਲ ਹੈ? ਉਹ ਸਾਡੀ ਨਸਲ ਹੈ। ਸਾਡੇ ਤੋਂ ਅਗਲੀ ਨਸਲ ਤੇ ਇਸਤੇਮਾਲ ਨਹੀਂ ਹੋਈ ਉਹਦੇ 'ਚ, ਜਾਂ ਸਾਡੇ ਅੱਗੇ ਪਿੱਛੇ ਤੋਂ ਜਿਹੜੇ ਸੀ ਉਹੀ ਲੋਕ ਇਸਤੇਮਾਲ ਹੋਏ ਨਾ। ਔਰ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਸੀ ਉਹ ਰਿਵਰਸ ਹੋ ਗਈ ਸਾਰਾ ਕੁਝ।
ਲੇਕਿਨ ਜਿਹੜੀ ਚੀਜ਼ ਨੂੰ ਤੁਸੀਂ ਮਤਲਬ ਅੱਜ ਤੁਸੀਂ ਕਹਿੰਦੇ ਹੋ ਕਿ ਜੀ ਬੜੀ ਚੰਗੀ ਹੈ, ਉਹ ਕੱਲ ਨੂੰ ਮੈਂ ਹੀ ਕਹਿੰਦਾ ਕਿ ਇਹਦੇ ਤੇ ਬੜੀ ਬੁਰੀ ਹੈ, ਉਸੇ ਹਾਲਤ ਵਿੱਚ ਹੀ ਤੇ ਜਾਂ ਦਿਮਾਗ ਮੇਰਾ ਪਹਿਲਾਂ ਖਰਾਬ ਸੀ ਜਾਂ ਹੁਣ ਖਰਾਬ ਹੈ, ਜਾਂ ਉਦੋਂ ਵੀ ਠੀਕ ਸੀ ਤੇ ਹੁਣ ਵੀ ਠੀਕ ਹੈ। ਠੀਕ ਹੈ, ਉਦੋਂ ਮੈਨੂੰ ਉਹਦੇ 'ਚ ਫਾਇਦਾ ਸੀ, ਹੁਣ ਮੈਨੂੰ ਇਹਦੇ 'ਚ ਫਾਇਦਾ। ਇਹ ਤੇ ਬੜਾ ਲੋਕਾਂ ਮਾਲ ਨਹੀਂ ਕਮਾਇਆ ਜਹਾਦ ਦੇ ਪਰਦੇ ਦੇ ਵਿੱਚ। ਬਿਲਕੁਲ ਇਹ ਵੀ ਹੈਗਾ। ਦੇਖੋ ਨਾ, ਪਾਵਰ ਕਮਾਈ, ਪਾਵਰ ਬੰਦਾ ਜਿਹੜਾ ਉਹ ਤਾਕਤ, ਦੌਲਤ ਤੇ ਸ਼ੋਹਰਤ, ਇਹ ਚੀਜ਼ ਤੁਸੀਂ ਕਮਾਉਂਦੇ ਹੋ। ਇੱਜ਼ਤ ਕਮਾਈ ਨਹੀਂ ਜਾਂਦੀ। ਇੱਜ਼ਤ ਮਤਲਬ ਕਿ ਉਹ ਇੱਕ ਪ੍ਰੋਸੈਸ ਦੇ ਵਿੱਚ ਤੁਹਾਡੀ ਇੱਜ਼ਤ ਬਣਦੀ ਹੈ, ਲੇਕਿਨ ਉਹਦੇ ਵਾਸਤੇ ਤੁਸੀਂ ਸਟਰਗਲ ਨਹੀਂ ਕਰ ਸਕਦੇ। ਜਿਸ ਤਰ੍ਹਾਂ ਸ਼ੋਹਰਤ ਕਮਾਉਣ ਵਾਸਤੇ, ਦੌਲਤ ਕਮਾਉਣ ਵਾਸਤੇ ਜਾਂ ਤਾਕਤ ਇਕੱਠੀ ਕਰਨ ਵਾਸਤੇ ਤੁਸੀਂ ਜਿਸ ਤਰ੍ਹਾਂ ਕਰ ਸਕਦੇ ਹੋ ਔਨ ਗਰਾਊਂਡ, ਹੱਥ ਪੈਰ ਮਾਰ ਸਕਦੇ ਹੋ, ਇੱਜ਼ਤ ਕਮਾਉਣ ਵਾਸਤੇ ਨਹੀਂ। ਮਤਲਬ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਲੋਕਾਂ ਨੇ ਕੀਤਾ। ਦੇਖੋ ਨਾ, ਇਹ ਦੁਨੀਆ ਉਸ ਦੇ ਨਤੀਜੇ 'ਚ ਯੂਨੀਪੋਲਰ ਬਣ ਗਈ। ਦੋ ਤਾਕਤਾਂ ਸੀ, ਇੱਕ ਤਾਕਤ ਨੂੰ ਮਲੀਆਮੇਟ ਕਰਤਾ ਗਿਆ। ਉਹਨਾਂ ਦੀ ਲੜਾਈ ਸੀ ਆਪਸ ਦੇ ਵਿੱਚ। ਇੱਕ ਜਿਹੜੀ ਸੀ ਉਹ ਜਦੋਂ ਖਤਮ ਹੋ ਗਈ ਤੇ ਉਸ ਤੋਂ ਬਾਅਦ ਉਹ ਜ਼ਰੂਰਤ ਨਹੀਂ ਰਹਿ। ਤੇ ਇਹ ਲੋਕੀ ਜਿਹੜੇ ਸੀ, ਇਹ ਕਹਿ ਲਓ ਕਿ ਇਹ ਸ਼ੋਹਰਤ ਦੇ ਭੁੱਖੇ ਸੀ, ਕੁਛ ਲੋਕੀ ਦੌਲਤ ਦੇ ਭੁੱਖੇ ਸੀ, ਕੁਛ ਜਿਹੜੇ ਸਾਡੇ ਲੋਕ। ਹਾਂ, ਆਮ ਜਿਹੜਾ ਜਵਾਨ ਸੀ। ਦੇਖੋ, ਮੈਂ ਇੱਕ ਪਹਿਲਾਂ ਤੁਹਾਨੂੰ ਦੱਸਿਆ ਕਿ ਹਰ ਜਵਾਨ ਜਿਹੜਾ ਹੁੰਦਾ, ਉਹ ਨੌਜਵਾਨ ਜਿਹੜਾ ਉਹ ਉਹਦੇ ਵਿੱਚ ਜਾਨ ਹੁੰਦੀ ਹੈ, ਤਾਕਤ ਹੁੰਦੀ ਹੈ, ਔਰ ਉਹ ਜਦੋਂ ਉਹਨੂੰ ਸ਼ਊਰ ਪੈਦਾ ਹੁੰਦਾ ਹੈ ਕਿ ਮੇਰੇ ਅੰਦਰ ਇਹ ਤਾਕਤ ਹੈ, ਤੇ ਉਸ ਤਾਕਤ ਨੂੰ ਦਿਖਾਣਾ ਚਾਹੁੰਦਾ, ਉਹਨੂੰ ਇਸਤੇਮਾਲ ਕਰਨਾ ਚਾਹੁੰਦਾ। ਉਹ ਹੈ ਕਿ ਤੁਸੀਂ ਕਿੱਥੇ, ਉਹ ਕੰਮ ਹੁੰਦਾ ਸਰਕਾਰ ਦਾ ਜਾਂ ਬੜਿਆਂ ਦਾ ਜਾਂ ਸੁਸਾਇਟੀ ਦੇ ਕਰਤਿਆਂ ਦਰਤਿਆਂ ਦਾ, ਕਿ ਉਸ ਨੌਜਵਾਨ ਦੀ ਉਸ ਤਾਕਤ ਨੂੰ ਅਸੀਂ ਕਿਸ ਪਾਸੇ ਇਸਤੇਮਾਲ ਕਰਨਾ। ਉਹ ਤਾਕਤ ਐਡਵੈਂਚਰਸ ਹੀ ਹੈ, ਉਹ ਥ੍ਰਿਲ ਸੀਕਿੰਗ ਹੀ ਹੈ। ਭਾਵੇਂ ਉਹਨੂੰ ਤੁਸੀਂ ਜਿਹਾਦ ਦਾ ਰੰਗ ਦੇ ਕੇ ਤੇ ਉਹਦਾ ਉਹ ਬਹੁਤ ਆਸਾਨ ਹੈ, ਜਾਂ ਉਹਨੂੰ ਐਡਵੈਂਚਰ ਵਿੱਚ ਪਾ ਦਿਓ ਤੁਸੀਂ, ਐਡਵੈਂਚਰ ਥ੍ਰਿਲ ਸੀਕਿੰਗ ਇੱਕ ਸਪੋਰਟਸ ਵਿੱਚ ਤੁਸੀਂ ਉਹਨੂੰ ਉੱਧਰ ਪਾ ਦਿਓ। ਠੀਕ ਹੈ, ਉਹਨੇ ਫਿਜ਼ੀਕਲ ਜਿਹੜੀ ਹੈ ਨਾ, ਫਿਜ਼ੀਕਲ ਡਿਸਪਲੇ ਉਹ ਕਰਨਾ ਚਾਹੁੰਦਾ ਉਸਦਾ। ਇੱਕ ਤੇ ਜਿਹਨੀ ਤੌਰ ਤੇ ਹੋਵੇ ਨਾ, ਉਹ ਬਹੁਤ ਘੱਟ ਬੱਚੇ ਜਿਹੜੇ ਹੁੰਦੇ ਨੇ ਉਹ ਬਿਲਕੁਲ ਹੀ ਕਿਤਾਬੀ ਕੀੜੇ ਜਿਹੜੇ ਬਣ ਜਾਣਗੇ, ਲੇਕਿਨ ਜ਼ਿਆਦਾਤਰ ਜਿਹੜਾ ਉਹਦਾ ਇਹ ਹੁੰਦਾ ਕਿ ਉਸ ਨੂੰ ਫਿਜ਼ੀਕਲ ਡਿਸਪਲੇ ਚਾਹੁੰਦਾ ਉਸਦਾ। ਤੇ ਫਿਜ਼ੀਕਲ ਡਿਸਪਲੇ ਇਹੀ ਹੈ। ਤੁਸੀਂ ਅੱਜ ਤੁਹਾਡੇ ਕਿੰਨੀਆਂ ਗਰਾਊਂਡਸ ਨੇ, ਕਿੰਨੇ ਪਰਸੈਂਟੇਜ ਤੁਹਾਡਾ ਨੌਜਵਾਨ ਹੈ ਜਿਹਨੂੰ ਸਪੋਰਟਸ ਗਰਾਊਂਡਸ ਅਵੇਲੇਬਲ ਨੇ ਜਾਂ ਉਹਨਾਂ ਨੂੰ ਐਕਸੈਸ ਹੈ। ਤੇ ਉਹ ਉਸ ਹਾਲਾਤ ਦੇ ਵਿੱਚ ਜਦੋਂ ਤੁਸੀਂ ਕਹੋਗੇ ਪੁੱਤਰ ਇਹ ਦੇਖ, ਇੱਧਰ ਨਹੀਂ ਤੇ ਇਹ ਦੇਖ, ਨਾਲ ਟਿਕਟ ਵੀ ਜੰਨਤ ਦੀ, ਨਾਲ ਟਿਕਟ ਵੀ ਤੁਹਾਨੂੰ ਪੱਕਾ, ਠੀਕ ਹੈ, ਔਰ ਨਾਲ ਤੁਸੀਂ ਡਿਸਪਲੇ ਆਫ ਯੂਅਰ ਪਾਵਰ। ਇਹਦਾ ਮਤਲਬ ਤੇ ਕਰਨ ਸਾਹਿਬ ਇਹ ਹੋਇਆ ਕਿ ਜਿਹੜੀ ਫੌਜ ਹੈ ਸਾਡੀ ਪਾਕਿਸਤਾਨ ਦੀ, ਇਹ ਵੀ ਆਲਮੀ ਤਾਕਤਾਂ ਦੇ ਹੱਥ ਵਿੱਚ ਇਸਤੇਮਾਲ ਹੋਈ। ਹੁਣ ਤੁਸੀਂ, ਮੈਂ ਫੌਜੀ, ਮੈਨੂੰ ਤੁਸੀਂ ਜਿਹੜਾ ਉਸ ਪਾਸੇ ਲੈ ਕੇ ਜਾ ਰਹੇ ਹੋ। ਨਹੀਂ, ਲੇਕਿਨ ਇਹਦੇ 'ਚ ਹੁਣ ਤੇ ਹਿਸਟਰੀ ਬਣ ਗਈ ਹੈ। ਤੇ ਜਿਹੜਾ ਫੌਜ ਦੇ ਖਿਲਾਫ ਇੱਕ, ਜਿਵੇਂ ਤੁਸੀਂ ਵੇਖੋ ਫੌਜ ਦੇ ਵਿੱਚ ਸ਼ੌਕ ਨਾਲ ਆਏ, ਹਾਂਜੀ, ਤੇ ਹੁਣ ਇੱਕ ਸੂਰਤ-ਏ-ਹਾਲ ਇਹ ਵੇ ਕਿ ਫੌਜ ਦੇ ਖਿਲਾਫ ਬਹੁਤ ਸੈਂਟੀਮੈਂਟ ਹੈ। ਮਸਲਨ ਤੁਸੀਂ ਵੇਖੋ DHA ਵੇ, ਈਵਨ ਬਹਿਰੀਆ ਦੇ ਵਿੱਚ ਵੀ ਉਹ ਲੋਕ ਇੰਪਲਾਈ ਨੇ ਫੌਜ ਦੇ। ਫਿਰ ਇਹ ਵੇ ਕਿ ਵੱਡੇ ਵੱਡੇ ਬਿਜ਼ਨਸਿਸ ਨੇ। ਤੇ ਇਹ ਕਿਆ, ਇਹ ਕਿੱਧਰ ਜਾ ਰਹੇ, ਮਤਲਬ ਸਾਡੇ ਇਸ ਕਿੱਧਰ ਸੈਂਟੀਮੈਂਟ ਲੈ ਕੇ ਜਾਏਗਾ? ਅਸਲੀ ਚੱਕਰ ਇਹਦਾ ਜੀ ਕਿ ਦੇਖੋ, ਜਦੋਂ ਮਤਲਬ ਕਿ ਮੈਂ ਵੀ ਨੌਜਵਾਨ ਸੀ ਤੇ ਸਾਡਾ ਐਕਸਪੋਜ਼ਰ ਨਹੀਂ ਹੁੰਦਾ ਨਾ। ਜਿਹੜੀ ਚੀਜ਼ ਤੁਹਾਨੂੰ ਤੁਹਾਡਾ ਮੀਡੀਆ ਜਾਂ ਦਾएं ਬਾएं ਤੋਂ ਜਿਹੜੀ ਫੀਡਿੰਗ ਚੈਨਲਸ ਜਿਹੜੇ ਹੁੰਦੇ ਨੇ, ਚੈਨਲ ਇਹ ਨਹੀਂ ਕਿ TV ਚੈਨਲ ਹੀ ਨਹੀਂ,
ਮਤਲਬ ਡਿਫਰੈਂਟ ਚੈਨਲਸ ਨੇ ਨਾ ਫੀਡ ਕਰਨ ਦੇ ਤੁਹਾਨੂੰ। ਸਕੂਲ ਵਿੱਚ ਬੱਚਾ ਜਾਂਦਾ ਹੈ, ਟੀਚਰ ਕੀ ਪੜ੍ਹਾ ਰਿਹਾ ਹੈ, ਕਿਤਾਬਾਂ ਕੀ ਤੁਹਾਨੂੰ ਦੱਸ ਰਹੀਆਂ ਨੇ, ਠੀਕ ਹੈ। ਫਿਰ ਤੁਸੀਂ ਟੀਵੀ ਤੇ ਕੀ ਦੇਖ ਰਹੇ ਹੋ, ਅਖਬਾਰ ਤੇ ਕੀ ਪੜ੍ਹ ਰਹੇ ਹੋ, ਡਾਈਜੈਸਟ ਵਿੱਚ ਕੀ ਪੜ੍ਹ ਰਹੇ ਹੋ ਤੁਸੀਂ, ਇਹ ਡਿਫਰੈਂਟ ਚੈਨਲਸ ਨੇ ਨਾ ਜੀ। ਮਾਂ ਬਾਪ ਤੁਹਾਨੂੰ ਕੀ ਸਮਝਾ ਰਹੇ ਨੇ ਜਾਂ ਕੀ ਤਰਬੀਅਤ ਦੇ ਰਹੇ ਨੇ, ਉਸਤਾਦ ਕੀ ਤਰਬੀਅਤ ਦੇ ਰਿਹਾ ਤੁਹਾਨੂੰ, ਠੀਕ ਹੈ। ਇਹ ਸਾਰੇ ਚੈਨਲਸ ਨੇ ਜਿਹੜੇ ਉਹ ਕਿਸੇ ਨੂੰ ਅਫੈਕਟ ਕਰਦੇ ਨੇ। ਤੇ ਅਗਰ ਉਹ ਚੈਨਲ ਜਿਹੜੇ ਤੁਹਾਨੂੰ ਜਿੱਧਰ ਮਰਜ਼ੀ ਲੈ ਜਾ, ਠੀਕ ਹੈ। ਔਰ ਦੂਸਰਾ ਇਹ ਵੇ ਕਿ ਉਹਦੇ 'ਚ ਅਗਰ ਤੁਹਾਨੂੰ ਇੱਕ ਚੀਜ਼ ਦੀ, ਇੱਕ ਤਾਂ ਇਹ ਸੀ ਕਿ ਅਸੀਂ ਸਾਡੇ ਜ਼ਿਹਨਾਂ ਦੇ ਵਿੱਚ ਸਿਰਫ ਇੱਕ ਪਰਟੀਕੂਲਰ ਮਾਈਂਡ ਸੈਟ ਜਾਂ ਪਰਟੀਕੂਲਰ ਜਿਹੜਾ ਇੱਕੋ ਸੋਚ ਪੈਦਾ ਕਰਨ ਵਾਲੇ, ਹੱਤਾ ਕਿ ਸ਼ੇਰ ਕਹਿ ਲਓ, ਅਦਬ ਕਹਿ ਲਓ, ਲਮਾ ਇਕਬਾਲ ਦੇ ਚਾਹੇ ਹੋਣ ਚਾਹੇ ਕਿਸੇ ਹੋਰ ਦੇ ਹੋਣ, ਠੀਕ ਹੈ, ਉਹ ਸਾਨੂੰ ਜ਼ਿਆਦਾ ਅੱਗੇ ਲਿਆ ਕੇ ਰੱਖੇਗਾ। ਉਹ ਸਾਡੇ ਆਈਡੀਅਲ ਬਣ ਗਏ। ਤੇ ਉਹ ਹੁਣ ਉਹ ਜਿਹੜਾ ਇੱਕ ਰੈਗੂਲਰ, ਇੱਕ ਸਾਡੀ ਰੈਗੂਲਰ ਫੋਰਸ ਹੈ, ਤੇ ਰੈਗੂਲਰ ਫੋਰਸ ਨੂੰ ਵੀ ਅਸੀਂ ਉਹ ਮੁੱਲਾ ਕੀ ਅਜ਼ਾਂ ਔਰ ਮੁਜਾਹਿਦ ਕੀ ਅਜ਼ਾਂ ਔਰ, ਠੀਕ ਹੈ, ਭਾਵੇਂ ਉਹ ਮੁਜਾਹਿਦ ਰਾਤ ਨੂੰ 2 ਪੈਗ ਹੀ ਲਾ ਕੇ ਬੈਠਾ ਹੋਵੇ ਉੱਥੇ, ਠੀਕ ਹੈ ਨਾ। ਤੇ ਉਹ ਅਸੀਂ, ਉਹ ਸਾਡੇ ਜਿਹਨਾਂ ਦੇ ਵਿੱਚ ਇੱਕ ਚੀਜ਼ ਸੀ ਕਿ ਜੀ ਕਿ ਸਾਡੀ ਇੱਕ ਇੱਜ਼ਤ ਕ੍ਰੀਏਟ ਹੋ ਗਈ, ਯੂਨੀਫਾਰਮ ਦੀ ਇੱਜ਼ਤ ਹੈ, ਕਿਉਂਕਿ ਅਸੀਂ ਉਹਨਾਂ ਨੂੰ ਮੁਜਾਹਿਦ ਕਹਿੰਦੇ ਸੀ, ਠੀਕ। ਲੇਕਿਨ ਉਸ ਚੀਜ਼ ਦਾ ਉਹ ਇੱਕ ਖੈਰ ਇੱਕ ਬਹੁਤ ਹੀ ਅਲੱਗ ਬਹਿਸ ਹੈ ਕਿ ਜਿਹੜਾ ਮੇਰਾ ਆਪਣਾ, ਮੇਰੀ ਉਹ ਹੈਗੀ ਹੈ ਕਿ ਪਾਕਿਸਤਾਨ ਬਣਨ ਤੋਂ ਜਾਂ ਉਸ ਤੋਂ ਪਹਿਲਾਂ ਤੋਂ ਲੱਗ ਕੇ ਉਹ ਫਿਰ ਕਿਸੇ ਵਕਤ ਸਹੀ, ਠੀਕ ਹੈ। ਲੇਕਿਨ ਇਹ ਵੇ ਕਿ ਉਸ ਚੀਜ਼ ਦਾ ਫਾਇਦਾ ਉਠਾ ਕੇ ਉਹਨੂੰ ਸੁਪੀਰੀਅਰ ਮੋਸਟ ਅਗਰ ਕਮਿਊਨਿਟੀ ਤੁਸੀਂ ਡਿਕਲੇਅਰ ਕਰ ਦਿੰਦੇ ਹੋ, ਚਲੋ ਇਹ ਵੀ ਕੋਈ ਗੱਲ ਨਹੀਂ ਹੁੰਦੀ, ਠੀਕ ਹੈ, ਅਸੀਂ ਕਹਿੰਦੇ ਸੁਪੀਰੀਅਰ ਕਮਿਊਨਿਟੀ ਹੈ, ਮਤਲਬ ਜੱਜਸ ਨੇ ਸੁਪੀਰੀਅਰ ਲੋਕੀ ਨੇ, ਜਾਂ ਸਾਇੰਟਿਸਟ ਨੇ ਸੁਪੀਰੀਅਰ ਲੋਕੀ ਨੇ, ਡਾਕਟਰ ਹੈ, ਡਾਕਟਰ ਕਮਿਊਨਿਟੀ ਹੈ ਜੀ ਕਿ ਸੁਪੀਰੀਅਰ ਲੋਕੀ ਨੇ। ਲੇਕਿਨ ਉਹ ਅਗਰ ਕੋਈ ਇਸ ਤਰ੍ਹਾਂ ਦੀ ਕਮਿਊਨਿਟੀ ਜਿਹਦੀ ਇੱਜ਼ਤ ਸੁਸਾਇਟੀ ਦੇ ਅੰਦਰ ਕੀਤੀ ਜਾਂਦੀ ਹੈ, ਅਗਰ ਉਹ ਉਸ ਦਾ ਫਾਇਦਾ ਉਠਾ ਕੇ ਤੇ ਉਸ ਨੂੰ ਆਪਣੇ ਲਾਈਨ ਤੋਂ, ਆਪਣੇ ਟਰੈਕ ਤੋਂ ਹਟ ਕੇ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦੇਵੇ, ਮਤਲਬ ਕਿ ਉਹ ਹੀ ਪਾਵਰ ਇਕੱਠੀ ਕਰਨੀ ਸ਼ੁਰੂ ਕਰ ਦੇਵੇ ਜਾਂ ਤਾਕਤ ਇਕੱਠੀ ਕਰਨੀ ਸ਼ੁਰੂ ਕਰ ਦੇਵੇ ਆਪਣੇ ਹੱਕ 'ਚ, ਆਪਣੇ ਵਾਸਤੇ ਲੋਕਾਂ ਨੂੰ ਇਸਤੇਮਾਲ ਕਰਕੇ, ਉਹ ਇਹੀ ਕੁਛ ਹੋਇਆ। ਔਰ ਅਲਟੀਮੇਟਲੀ ਆਹਿਸਤਾ 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 ਜਦੋਂ ਉਹ ਚੀਜ਼ਾਂ ਇੰਨੀਆਂ ਵੱਧ ਗਈਆਂ, ਦੇਖੋ ਨਾ ਤੁਸੀਂ, ਉਹ ਕਹਿੰਦੇ ਨੇ ਕਿ ਪਾਵਰ ਕਰਪਟਸ ਅ ਮੈਨ, ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਕਿ ਇੱਕ ਬੰਦਾ ਜਦੋਂ ਤੁਸੀਂ ਪੁੱਛਣਾ ਹੀ ਨਹੀਂ ਹੈ ਜੀ, ਤੇ ਉਹ ਜੋ ਮਰਜ਼ੀ ਕਰੇਗਾ ਫਿਰ। ਉਹ ਇੱਕ ਬਹੁਤ ਬੜੀ ਆਰਗੇਨਾਈਜੇਸ਼ਨ ਹੈ ਨਾ ਜੀ, ਕੋਈ ਇੱਕ ਬੰਦਾ ਤੇ ਨਹੀਂ ਹੈ ਨਾ ਕਿ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਖਲੀਫਾ ਸਾਹਿਬ ਨੇ ਤੇ ਗਲਤ ਨਹੀਂ ਕਰ ਸਕਦੇ। ਹਰ ਤਰ੍ਹਾਂ ਦੇ ਲੋਕੀ, ਅੱਛਾ ਬੁਰਾ, ਔਰ ਉਹ ਫਿਰ ਬੁਰਾਈਆਂ ਜਿਹੜੀਆਂ ਸੀ ਉਹ ਪੈਦਾ ਹੋਈਆਂ, ਉਹ ਬੁਰਾਈਆਂ ਨੂੰ ਮੁਖਤਲਿਫ ਲਿਬਾਦੇ ਦਿੱਤੇ ਗਏ, ਮੁਖਤਲਿਫ ਤਰੀਕੇ ਦੇ ਨਾਲ ਉਹਨੂੰ ਇਸਤੇਮਾਲ ਕੀਤਾ ਗਿਆ, ਜਿਹੜੀ ਕਿ ਉਹ ਸ਼ੁਰੂ ਦੇ ਵਿੱਚ ਉਹ ਬੁਰਾਈ ਨਾ ਲੱਗੇ। ਉਹ ਹੱਤਾ ਕਿ ਉਹ ਇੰਨੀ, ਜਦੋਂ ਉਹ ਕੀ ਕਹਿੰਦੇ ਨੇ, ਉਹਦੇ 'ਚ ਚਰਬੀ ਜਮ੍ਹਾਂ ਹੋ ਕੇ ਬਹੁਤ ਵੱਡਾ ਸਰਕਾਰੀ ਸਾਨ ਬਣ ਜਾਂਦਾ ਜਦੋਂ, ਤੇ ਉਹ ਫਿਰ ਜਦੋਂ ਸਿੰਘ ਮਾਰਨੇ ਸ਼ੁਰੂ ਕੀਤੇ ਇੱਧਰ ਉੱਧਰ, ਤੇ ਲੋਕਾਂ ਨੂੰ ਤਕਲੀਫ ਹੋਣੀ ਸ਼ੁਰੂ ਹੋਈ। ਫਿਰ ਲੋਕਾਂ ਨੇ ਦੇਖਣਾ ਸ਼ੁਰੂ ਕੀਤਾ ਕਿ ਜੀ ਕੀ ਚੱਕਰ ਕੀ ਹੈ, ਇਹ ਕਿਉਂ ਇਸ ਤਰ੍ਹਾਂ ਹੋ ਗਿਆ। ਤੇ ਉਹ ਫਿਰ ਉਹ ਕਹਿੰਦੇ ਜੀ ਪੱਠੇ ਤੇ ਸਾਡੇ ਖਾ ਕੇ ਹੋਇਆ।